बिस्मिल्लाहिर्रहमानिर्रहीम। अरशद लोधी कम ਦੀਆਂ ਗੱਲਾਂ ਨਾਲ ਹਾਜ਼ਰ ਖਿਦਮਤ ਹੈ। ਕੀ ਹਾਲ ਜੇ? ਠੀਕ ਠਾਕ ਹੋ? ਖਰੀਅਤ ਨਾਲ ਹੋ ਦੋਸਤੋ? ਅੱਜ ਦਿਲ ਕਰ ਰਿਹਾ ਕਿ ਕੋਈ ਰਮਜ਼ਾਨ ਦੇ ਹਵਾਲੇ ਨਾਲ ਥੋੜੀ ਬਹੁਤੀ ਗੱਲਬਾਤ ਕੀਤੀ ਜਾਏ, ਕਿਉਂਕਿ ਰਮਜ਼ਾਨ ਦਾ ਅੱਜ ਅਲਹਮਦੁਲਿਲਾ 16ਵੀਂ ਸੋਹਰੀ ਸਹਿਰੀ ਜਿਹੜੀ ਹੈ ਅਫਤਾਰੀ ਜਿਹੜੀ ਹੈ ਉਹ ਹੋਣ ਦਾ ਟਾਈਮ ਹੁੰਦਾ ਜਾ ਰਿਹਾ, ਤੇ ਸੋਚਿਆ ਕਿ ਜਿਹੜੇ 5-7 ਮਿੰਟ ਹੈ ਨਾ ਦੋਸਤਾਂ ਨਾਲ ਗੱਲ ਕੀਤੀ ਜਾਵੇ। ਦੋਸਤੋ ਗੱਲ ਇਹ ਹੈ ਕਿ ਬਹਿਰੀਆ ਟਾਊਨ ਦੇ ਵਿੱਚ ਅੱਜ ਕੱਲ੍ਹ ਕਿਉਂਕਿ ਮਸਜਿਦਾਂ ਬਹੁਤ ਜ਼ਿਆਦਾ ਨੇ, ਅਤੇ ਜਿਹੜੀਆਂ ਤਰਾਬੀਆਂ ਹੁੰਦੀਆਂ ਨੇ, ਤਰਾਬੀਆਂ ਦੇ ਹਵਾਲੇ ਨਾਲ ਮੁਖਤਲਿਫ ਤਜਰਬਾ ਹੋਇਆ। ਰਫੀ ਮਸਜਿਦ 'ਚ ਵੀ ਗਏ ਹਾਂ, ਆਪਣਾ ਗੁਲਬਹਾਰ ਦੇ ਵਿੱਚ ਵੀ ਤਰਾਬੀਆਂ ਪੜ੍ਹ ਕੇ ਦੇਖੀਆਂ। ਗੁਲਬਹਾਰ ਦੀਆਂ ਤਰਾਬੀਆਂ ਬਹੁਤ ਅੱਛੀਆਂ ਨੇ। ਰਫੀ ਬਲਾਕ ਵਾਲਾ ਅਤੇ ਮੌਲਵੀ ਸਾਹਿਬ ਜਿਹੜੇ ਨੇ ਕਾਫੀ ਭੁੱਲਦੇ ਨੇ, ਮੇਰੇ ਇੱਕ ਰਕਤ 'ਚ 3-3 4-4 ਦਫਾ ਭੁੱਲਦੇ ਨੇ। ਲੇਕਿਨ ਖੈਰ ਪਿਛਲੇ ਕੋਈ 4 ਦਿਨ ਤੋਂ ਮੈਂ ਜਾਮਿਆ ਮਸਜਿਦ ਬਹਿਰੀਆ ਟਾਊਨ ਦੇ ਵਿੱਚ ਜਿਹੜੀਆਂ ਤਰਾਬੀਆਂ ਪੜ੍ਹ ਰਹੇ ਹਾਂ, ਅਤੇ ਡਾਕਟਰ ਸਬੀਹਲ ਜਿਹੜੇ ਨੇ ਉਹ ਤਰਾਬੀਆਂ ਪੜ੍ਹਾਉਂਦੇ ਨੇ। ਤੁਸੀਂ ਯਕੀਨ ਕਰਨਾ ਕਿ ਤਰਾਬੀਆਂ ਪੜ੍ਹਨ ਲੱਗਿਆਂ ਅਤੇ ਇੰਝ ਫੀਲ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਮਸਜਿਦ ਹਰਮ 'ਚ ਪਹੁੰਚ ਗਏ ਹੋ, ਕਿਉਂਕਿ ਅੱਲਾਹ ਤਾਲਾ ਨੇ ਕਾਫੀ ਦਫਾ ਮਸਜਿਦ ਹਰਮ ਦੇ ਵਿੱਚ ਵੀ ਇਹ ਤਰਾਬੀਆਂ ਪੜ੍ਹਨ ਦੀ ਔਰ ਉਮਰਾ ਵਗੈਰਾ ਕਰਨ ਦੀ, ਨਮਾਜ਼ ਪੜ੍ਹਨ ਦੀ ਤੌਫੀਕ ਦਿੱਤੀ ਹੈ। ਅਤੇ ਉਹ ਚੀਜ਼ਾਂ ਜਿਹੜੀਆਂ ਨੇ, ਮਤਲਬ ਉੱਥੇ ਨਮਾਜ਼ ਪੜ੍ਹਨ ਨਾਲ ਇਸ ਤਰ੍ਹਾਂ ਹੁੰਦਾ ਕਿ ਉਹ ਯਾਦ ਤਾਜ਼ਾ ਹੋ ਜਾਂਦੀ ਹੈ ਮਸਜਿਦ ਹਰਮ ਦੀ। ਉਹਨਾਂ ਦੀ ਆਵਾਜ਼ ਦੀ ਖੂਬਸੂਰਤੀ, ਐਡੀ ਖੂਬਸੂਰਤੀ ਔਰ ਐਡੇ ਰਵਾਨਗੀ ਦੇ ਨਾਲ ਜਿਹੜਾ ਉਹ ਕੁਰਾਨ ਪਾਕ ਪੜ੍ਹਦੇ ਨੇ, ਤਬੀਅਤ ਖੁਸ਼ ਹੋ ਜਾਂਦੀ। ਯਾਨੀ ਉਹ ਕਹਿੰਦੇ ਨੇ ਨਾ ਕਿ ਚਲਦਾ ਸਮੁੰਦਰ ਜਿਹੜਾ ਨਾ ਉਹ ਰੁਕ ਜਾਂਦਾ ਹੈ। ਅਤੇ ਮੈਂ ਕਹਿਣਾ ਕਿ ਡਾਕਟਰ ਸਬੀਹਲ ਦੀ ਆਵਾਜ਼ ਜਿਹੜੀ ਹੈ ਉਹ ਇਸ ਗੱਲ 'ਤੇ ਸੂਟ ਕਰਦੀ ਹੈ ਕਿ ਉਹਨਾਂ ਦੇ ਵਾਸਤੇ ਕਿਹਾ ਜਾਏ ਅਗਰ ਕਿ ਯਾਰ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣ ਕੇ ਸ਼ਾਇਦ ਪਾਣੀ ਵੀ ਰੁਕ ਜਾਏ, ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੋਏਗਾ। ਥੋੜ੍ਹਾ ਟਾਈਮ ਲੈਂਦੇ ਨੇ, ਯਾਨੀ 4 ਫਰਜ਼ ਜਿਸ ਵੇਲੇ ਪੜ੍ਹਾਉਂਦੇ ਨੇ ਕੋਈ ਤਕਰੀਬਨ 20 ਤੋਂ 22 ਮਿੰਟ ਦਾ ਟਾਈਮ, ਯਾਨੀ ਇੱਕ ਰਕਤ ਜਿਹੜੀ ਹੈ ਉਸ 8-9 ਮਿੰਟ 'ਚ ਉਹ ਕੁਰਾਨ ਸੁਣਾਉਂਦੇ ਨੇ। ਉਸ ਤੋਂ ਬਾਅਦ ਸਲਾਮ ਫੇਰਨ ਤੱਕ 4 ਰਕਤਾਂ ਮੁਕੰਮਲ ਕਰਨ 'ਚ ਤਕਰੀਬਨ 20 ਤੋਂ 22 ਮਿੰਟ ਦਾ ਟਾਈਮ ਉਹ ਲੈ ਲੈਂਦੇ ਨੇ। ਉਸ ਤੋਂ ਬਾਅਦ 5-7 ਮਿੰਟ ਦਾ ਸਟੇ ਕਰਨ ਤੋਂ ਬਾਅਦ ਉਹ ਜਿਸ ਵੇਲੇ ਤਰਾਬੀਆਂ ਸ਼ੁਰੂ ਕਰਦੇ ਨੇ, ਅਤੇ ਇੱਕ ਤਰਾਬੀ ਜਿਹੜੀ ਆ ਉਹਦੇ 'ਚ 8 ਮਿੰਟ ਕੁਰਾਨ ਪਾਕ ਸੁਣਾਉਂਦੇ ਨੇ। ਯਾਨੀ 2 ਤਰਾਬੀਆਂ ਨੂੰ ਜਿਸ ਵੇਲੇ ਉਹ ਮੁਕੰਮਲ ਕਰਦੇ ਨੇ, ਅਤੇ ਤਕਰੀਬਨ ਉਸ ਵੇਲੇ 18 ਤੋਂ 20 ਮਿੰਟ ਜਿਹੜੇ ਨੇ ਉਹ ਹੋ ਜਾਂਦੇ ਨੇ। ਇਸੇ ਤਰ੍ਹਾਂ 4 ਤਰਾਬੀਆਂ ਮੁਕੰਮਲ ਜਿਸ ਵੇਲੇ ਕਰਦੇ ਨੇ ਅਤੇ 9 ਵੱਜ ਜਾਂਦੇ ਨੇ, ਕਿਉਂਕਿ 8 ਵਜੇ ਸਟਾਰਟ ਹੁੰਦੀ ਹੈ ਜਮਾਤ। ਫਿਰ ਉਸ ਤੋਂ ਬਾਅਦ ਕੋਈ 2-4 ਮਿੰਟ ਰੈਸਟ ਕਰਕੇ ਉਸ ਤੋਂ ਬਾਅਦ ਦੁਬਾਰਾ ਜਿਸ ਵੇਲੇ ਉਹ 4 ਤਰਾਬੀਆਂ ਪੜ੍ਹਾਉਂਦੇ ਨੇ, ਅਤੇ 9:30 ਦਾ ਟਾਈਮ ਹੋ ਜਾਂਦਾ ਹੈ। ਲੇਕਿਨ ਯਕੀਨ ਕਰੋ ਕਿ ਈਮਾਨ ਤਾਜ਼ਾ ਹੋ ਜਾਂਦਾ ਹੈ ਕਿ ਯਾਰ ਅੱਲਾਹ ਪਾਕ ਨੇ ਐਡੀ ਖੂਬਸੂਰਤ ਆਵਾਜ਼ ਨਾਲ ਉਹਨਾਂ ਨੂੰ ਨਵਾਜ਼ਿਆ ਹੈ ਕਿ ਕਿਆ ਖੂਬਸੂਰਤੀ ਹੈ ਉਹਨਾਂ ਦੀ ਆਵਾਜ਼ ਦੇ ਵਿੱਚ, ਔਰ ਇੱਕ ਲਫ਼ਜ਼ ਜਿਹੜਾ ਉਹ ਇਸ ਰਵਾਨਗੀ ਦੇ ਨਾਲ, ਇਸ ਖੂਬਸੂਰਤੀ ਦੇ ਨਾਲ ਉਹ ਬਿਆਨ ਕਰਦੇ ਨੇ ਕਿ ਦਿਲ ਕਰਦਾ ਹੈ ਕਿ ਇਹ ਪੜ੍ਹਦੇ ਰਹਿਣ ਅਤੇ ਅਸੀਂ ਸੁਣਦੇ ਰਹੀਏ। ਅਤੇ ਅਲਹਮਦੁਲਿਲਾ ਮੈਂ ਬੜਾ ਮੁਤਾਸਰ ਹੋਇਆ ਉਹਨਾਂ ਦੀ ਆਵਾਜ਼ ਤੋਂ ਔਰ ਉਹਨਾਂ ਦੇ ਇਲਮ ਤੋਂ ਕਿ ਅੱਲਾਹ ਪਾਕ ਨੇ ਕਿੰਨਾ ਨਾਲੇਜ ਉਹਨਾਂ ਨੂੰ ਦਿੱਤਾ ਹੈ ਕਿ ਮੈਂ ਅੱਜ 4 ਦਿਨਾਂ ਦੇ ਵਿੱਚ ਸ਼ਾਇਦ ਹੀ ਉਹਨਾਂ ਨੂੰ ਕਿਤੇ ਰੁਕਦਿਆਂ ਦੇਖਿਆ ਹੋਇਆ ਕਿ ਉਹਨਾਂ ਨੂੰ ਕਿਤੇ ਗਲਤੀ ਲੱਗੀ ਹੋਏ, ਕਿਤੇ ਰੁਕੇ ਹੋਣ ਜਾਂ ਉਹਨੂੰ ਪਿੱਛੋਂ ਲੁਕਮਾ ਲੈਣਾ ਪਿਆ ਹੋਏ। ਵਰਨਾ ਬਾਕੀ ਮਸਜਿਦਾਂ ਦੇ ਵਿੱਚ ਤਾਂ ਇਹ ਆਲਮ ਹੈ ਕਿ ਮੌਲਵੀ ਸਾਹਿਬ ਭੁੱਲਦੇ ਪਏ ਨੇ, ਇੱਕ ਰਕਤ 'ਚ 4-4 ਵਾਰੀ ਭੁੱਲਦੇ ਪਏ ਨੇ। ਖੈਰ ਦੋਸਤੋ, ਮੈਂ ਕੋਈ ਕਿਸੇ ਦੀ ਬਦਖੋਈ ਨਹੀਂ ਕਰ ਰਿਹਾ, ਅਲਹਮਦੁਲਿਲਾ ਤਾਰੀਫ ਬਿਆਨ ਕਰ ਰਿਹਾ। ਜਿਹੜਾ ਬੰਦਾ ਇਸ ਕਾਬਲ ਹੈ ਉਹਨੂੰ ਜ਼ਾਹਿਰ ਹੈ ਉਹ ਤਾਰੀਫ ਵੀ ਕਰਨੀ ਪੈਂਦੀ ਹੈ, ਠੀਕ ਹੈ ਨਾ ਜੀ। ਅਤੇ ਅੱਲਾਹ ਪਾਕ ਨੇ ਉਹਨਾਂ ਨੂੰ ਆਵਾਜ਼ ਦਿੱਤੀ ਹੈ ਅਤੇ ਨਾਲੇਜ ਦਿੱਤਾ ਹੈ, ਔਰ ਉਹਨਾਂ ਨੇ ਸਹੀ ਹਿਫਜ਼ ਕੀਤਾ ਹੈ, ਅਤੇ ਬੜੀ ਖੂਬਸੂਰਤੀ ਦੇ ਨਾਲ, ਬੜੀ ਰਵਾਨਗੀ ਦੇ ਨਾਲ ਉਹ ਪੜ੍ਹਾਉਂਦੇ ਨੇ। ਅਤੇ ਪਿੱਛੇ ਖੜ੍ਹੇ ਲੋਕ ਵੀ ਜਿਹੜੇ ਨੇ ਉਹ ਵੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹੁੰਦੇ ਨੇ ਕਿ ਵਾਕਈ ਹੀ ਕੁਰਾਨ ਸੁਣਾਇਆ ਜਾ ਰਿਹਾ, ਔਰ ਜਿੱਥੇ ਕੁਰਾਨ ਸੁਣਾਇਆ ਜਾਏ ਉੱਥੇ ਬਰਕਤਾਂ ਰਹਿਮਤਾਂ ਵੀ ਨਾਜ਼ਲ ਹੁੰਦੀਆਂ ਨੇ, ਅਤੇ ਉਹਨਾਂ ਦੀਆਂ ਬਰਕਤਾਂ ਔਰ ਰਹਿਮਤਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਕਿ ਇਸ ਕਦਰ ਰਸ਼ ਹੁੰਦਾ ਹੈ, ਇਸ ਕਦਰ ਰਸ਼ ਹੁੰਦਾ ਹੈ ਕਿ ਬਿਆਨ ਕਰਨਾ ਮੁਸ਼ਕਿਲ ਹੈ। ਉਹਦੀ ਰੀਜ਼ਨ ਇਹ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਕਮ ਅਜ਼ ਕਮ ਉਹਦੇ ਪਿੱਛੇ ਨਮਾਜ਼ ਪੜ੍ਹ ਲਵੇ, ਅਤੇ ਕਮ ਅਜ਼ ਕਮ ਉਹਦਾ ਦਿਲ ਨਹੀਂ ਕਰਦਾ ਕਿਤੇ ਹੋਰ ਜਾ ਕੇ ਨਮਾਜ਼ ਪੜ੍ਹੇ, ਕਿਉਂਕਿ ਉਹਦੀ ਆਵਾਜ਼ ਦੀ ਖੂਬਸੂਰਤੀ ਸੁਣ ਕੇ ਉਹ ਐਡਾ ਯਾਨੀ ਮੁਤਾਸਰ ਹੋ ਜਾਂਦਾ ਹੈ ਉਹ ਕਿ ਕਹਿੰਦਾ ਕਿ ਯਾਰ ਵਾਕਈ ਹੀ ਇਹਦੇ ਪਿੱਛੇ ਹੀ ਜਾ ਕੇ ਤਰਾਬੀਆਂ ਪੜ੍ਹਨੀਆਂ ਚਾਹੀਦੀਆਂ ਨੇ।
क्योंकि तराबियां तो वैसे भी पढ़नियां ही न, किसी होर दे पिछे भी पढ़नियां न। तो चलो एक ऐसे बंदे दे पिछे पढ़ो जिहड़ा कम अज़ कम ये तो ना होवे कि भुल रहा है। अगर मौलवी साहब ही भुल रहे हैं तो फिर बाकी लोगों का तो फिर अल्लाह ही हाफिज़ होंदा ना जी। उन्होंने तो ज़ाहिर है मौलवी साहब का पढ़िया ही उन्होंने सुनना तो उन्होंने करना है ना। तो इस वास्ते दोस्तों मैं अल्हम्दुलिल्लाह अज प्रोग्राम बनाया है कि मैं अपनी फैमिली को भी तराबियां ते लैके जावांगा, ताकि वो भी, क्योंकि वो हाफिज़ कुरान ने तो वो बेहतर समझ सकते हैं। एक हाफिज़ कुरान जिहड़ा होंदा है वो किसी दूसरे हाफिज़ का जिस वेले सुनता है तो उन्होंने ज़्यादा मज़ा आता है या और ज़्यादा मतलब इनू इंजॉय कर सकता है। तो बाकी अल्लाह ताला सानू तौफीक देवे। ए बरकत महीने के चंद दिन बाकी रह गए हैं। अल्लाह ताला सानू हिम्मत और ताकत अता करे कि तमाम रोज़े रखिए, तमाम तराबियां पढ़िए और जिन्नी हो सके नेकियां दे काम करिए, सदका खैरात करिए तो अल्लाह पाक और गरीबां की मदद करिए, क्योंकि गरीबां की मदद करना भी बड़ी ज़रूरी है। जिहड़ा तुसीं समझ दो मुस्तहिक है, जिहड़ा गरीब है उसकी मदद भी करो तो अल्लाह ताला तुहाडा और मेरा हामी और नासर होवे बशर्ते ज़िंदगी। फिर कल मुलाकात करांगे। और एक होर गल रह गई कि इंशाअल्लाह इस दफ़ा अल्लाह ताला सानू दोनों जियां नू हज ते भी बुला रहा है, हज ते जा रहे हैं तो दुआ करना साढ़े वास्ते भी, असी तुहाडे वास्ते दुआ करांगे। अल्लाह ताला तुहानू भी हज ते बुलावे। तो कल तक इजाज़त, अल्लाह हाफिज़।